ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ ਸਾਡੇ ਦਰਸ਼ਕਾਂ ਦੱਸੋ ਅੱਜ ਦੇ ਦਿਨ ਦੀ ਇਤਿਹਾਸ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਨ ਜੀ। 1802 ਚ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਫਤਿਹ ਕੀਤਾ। ਇਹ ਪਹਿਲਾਂ ਭੰਗੀ ਮਿਸਲ ਦੇ ਸਰਦਾਰਾਂ ਕੋਲ ਸੀ ਜੀ। 1832 ਚ ਰਾਣੀ ਸਦਾ ਕੌਰ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸੀ ਔਰ ਬਹੁਤ ਸਿਆਣੀ ਦਾਨੀ ਬਹਾਦਰ ਔਰਤ ਸੀ, ਜਿਹਨੇ ਮਹਾਰਾਜਾ ਰਣਜੀਤ ਸਿੰਘ ਦਾ 1799 ਚ ਲਾਹੌਰ ਤੇ ਕਬਜ਼ਾ ਕਰਵਾਉਣ ਚ ਸੈਂਟਰਲ ਰੋਲ ਅਦਾ ਕੀਤਾ ਸੀ, ਉਹਨਾਂ ਦੀ ਅੱਜ ਦੇ ਦਿਨ ਮੌਤ ਹੋਈ। ਜੀ। 1832 ਦੇ ਵਿੱਚ ਇੰਡਸ ਨੈਵੀਗੇਸ਼ਨ ਟ੍ਰੀਟੀ ਜਿਹੜੀ ਹੈ ਉਹ ਸਾਈਨ ਹੋਈ। 1982 ਦੇ ਵਿੱਚ ਕਿਉਂਕਿ 86-82 ਹੋ ਕੇ ਹਟਿਆ ਸੀ, ਸਿੱਖਾਂ ਦੀ ਬਹੁਤ ਹਰਾਸਮੈਂਟ ਸੀ, ਸੋ ਧਰਮਯੁੱਧ ਮੋਰਚੇ ਦੇ ਥੱਲੇ ਸਾਬਕਾ ਸਿੱਖ ਫੌਜੀਆਂ ਦੀ ਇੱਕ ਕਨਵੈਨਸ਼ਨ ਸੱਦੀ ਗਈ ਅੰਮ੍ਰਿਤਸਰ 'ਚ, ਜਿਸ ਦੇ ਵਿੱਚ 10,000 ਤੋਂ ਜ਼ਿਆਦਾ ਜਿਹੜੇ ਸਾਬਕਾ ਫੌਜੀ ਸੀ ਸ਼ਾਮਲ ਹੋਏ। ਉਹਨਾਂ 'ਚ 5 ਲੈਫਟੀਨੈਂਟ ਜਨਰਲ ਸਨ, 5 ਮੇਜਰ ਜਨਰਲ ਸਨ, 20 ਬ੍ਰਿਗੇਡੀਅਰ ਸਨ, 70 ਕਰਨਲ ਸਨ ਤੇ 400 ਹੋਰ ਜਿਹੜੇ ਨੇ ਸੀਨੀਅਰ ਮੇਜਰਸ ਔਰ ਕੈਪਟਨਸ ਇਸ ਰੈਂਕ ਦੇ ਸਨ ਔਰ ਬਹੁਤ ਸਾਰੇ JCO ਸੀ। ਸੋ ਉਹਨਾਂ ਨੇ ਸਗੋਂ ਮਤਾ ਪਾਸ ਕੀਤਾ ਸੀ ਕਿ ਸੰਤ ਪਿੰਡਾਂ ਵਾਲਿਆਂ ਨੂੰ ਜਥੇਦਾਰ ਬਣਾਇਆ ਜਾਏ ਅਕਾਲ ਤਖਤ ਔਰ ਸਰਕਾਰ ਜਿਹੜੀ ਹੈ ਇਸ ਇਕੱਠ ਤੋਂ ਘਬਰਾ ਗਈ ਸੀ, ਪਰ ਕਾਸ਼ ਕਿ ਇੰਨੀ ਵੱਡੀ ਗਿਣਤੀ ਵਾਲੇ ਫੌਜੀ ਫਿਰ ਵੀ ਉਹਨਾਂ ਚੋਂ ਥੋੜੇ ਹੀ ਬਾਹਰ ਨਿਕਲਦੇ, ਸਿੱਖ ਜਵਾਨਾਂ ਨੂੰ ਜਿਹੜਾ ਆਜ਼ਾਦੀ ਦੀ ਲੜਾਈ 'ਚ ਅਗਵਾਈ ਦਿੰਦੇ। ਪਰ ਜਨਰਲ ਸੁਬੇਗ ਸਿੰਘ ਜਾਂ ਕੋਈ ਹੋਰ ਇਕੱਲੇਕਾਰੇ ਹੋਣਗੇ, ਬਾਕੀ ਵਾਪਸ ਘਰਾਂ 'ਚ ਜਾ ਕੇ ਫਿਰ ਗੋਲਫ ਖੇਡਣ ਲੱਗ ਗਏ। 2014 ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੀਆਂ ਸਰਕਾਰੀ ਛੁੱਟੀਆਂ ਐਲਾਨੀਆਂ, ਕੱਲ੍ਹ ਹੀ ਉਹਨਾਂ ਦੀਆਂ ਸਰਕਾਰੀ ਛੁੱਟੀਆਂ ਆਈਆਂ ਔਰ ਮੈਂ ਦੇਖ ਰਿਹਾ ਸੀ ਉਹਦੇ ਵਿੱਚ 12 ਛੁੱਟੀਆਂ ਹਿੰਦੂਆਂ ਦੀਆਂ ਨੇ, ਸਿੱਖਾਂ ਦੀਆਂ 6 ਨੇ ਸਿਰਫ। ਹਾਲਾਂਕਿ ਪੰਜਾਬ 'ਚ 63-64% ਆਬਾਦੀ ਸਿੱਖਾਂ ਦੀ ਹੈ। ਜਿਹੜੀਆਂ ਹਿੰਦੂਆਂ ਦੀਆਂ ਛੁੱਟੀਆਂ ਨੇ ਸ਼ਿਵਰਾਤਰੀ, ਹੋਲੀ, ਰਾਮਨੌਮੀ, ਪਰਸੂਰਾਮ ਦੀ ਜਯੰਤੀ, ਅਗਰਸੈਨ ਦੀ ਜਯੰਤੀ, ਜਨਮ ਅਸ਼ਟਮੀ, ਦੁਸਹਿਰਾ, ਦੀਵਾਲੀ, ਵਿਸ਼ਕਰਮਾ, ਸ਼੍ਰੀ ਚੰਦ ਦੇ ਜਨਮ ਦਿਨ ਦੀ ਛੁੱਟੀ ਕਰਤੀ, ਹੁਣ ਕੂਕਾ ਰਾਮ ਸਿੰਘ ਦੀ ਛੁੱਟੀ। ਤੇ ਇਹਨਾਂ ਤੋਂ ਇਲਾਵਾ ਜਿਹੜੀਆਂ ਨੈਸ਼ਨਲ ਛੁੱਟੀਆਂ ਨੇ ਉਹ ਵੱਖਰੀਆਂ ਨੇ। ਗਾਂਧੀ ਦਾ ਦਿਨ, ਭਗਤ ਸਿੰਘ ਦਾ ਜੰਮਣ ਤੇ ਮਰਨ ਦੋਨਾਂ ਦਿਨਾਂ ਦੀਆਂ ਛੁੱਟੀਆਂ ਨੇ, ਲੇਕਿਨ ਸਿੱਖਾਂ ਦੀਆਂ ਸਿਰਫ 6 ਛੁੱਟੀਆਂ ਜਿਹੜੀਆਂ ਨੇ। ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਪੰਜਾਬ ਸਿੱਖ ਸਟੇਟ ਹੈ ਕਿ ਹਿੰਦੂ ਸਟੇਟ ਹੈ। ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1620 ਚ ਪਿਲਗ੍ਰਿਮ ਜਿਹੜੇ ਪੋਲੀਟੀਕਲ ਸੈਪਰੇਟਿਸਟ ਸੀ ਇੰਗਲੈਂਡ ਦੇ, ਉਹ ਪਲਾਈਮਾਊਥ ਮੈਸੇਚੂਸਟਸ ਅੱਜ ਦੇ ਦਿਨ ਪਹੁੰਚੇ। 1932 ਦੇ ਵਿੱਚ ਬੜਾ ਜ਼ੋਰਦਾਰ ਭੂਚਾਲ ਆਇਆ, ਚਾਈਨਾ ਦੇ ਵਿੱਚ 70,000 ਲੋਕ ਮਾਰੇ ਗਏ। 1941 ਦੇ ਵਿੱਚ ਚਰਚਿਲ ਜਿਹੜਾ ਹੈ ਉਹ ਪਹਿਲਾ UK ਦਾ ਪ੍ਰਾਈਮ ਮਿਨਿਸਟਰ ਬਣਿਆ ਜਿਹਨੇ ਅਮਰੀਕਾ ਦੇ ਕਾਂਗਰਸ ਦੇ ਜੁਆਇੰਟ ਹਾਊਸ ਨੂੰ ਐਡਰੈਸ ਕੀਤਾ। 1947 ਦੇ ਵਿੱਚ ਨਿਊਯਾਰਕ ਦੇ ਵਿੱਚ ਅੱਜ ਦੇ ਦਿਨ 2-2 ਫੁੱਟ ਬਰਫ਼ ਪਈ। ਅੱਜ ਨਹੀਂ ਬਰਫ਼ ਪੈ ਰਹੀ ਬਾਹਰ, 2-2 ਫੁੱਟ ਬਰਫ਼ ਪਈ ਜਿਹਦੇ ਨਾਲ 80 ਲੋਕ ਮਰ ਗਏ ਸੀ। 1982 ਦੇ ਵਿੱਚ ਟਾਈਮ ਮੈਗਜ਼ੀਨ ਨੇ, ਇਹ ਇੱਕ ਸਾਲ 'ਚ ਕੱਢਦੇ ਨੇ ਮੈਨ ਆਫ ਦਾ ਈਅਰ, ਤਾਂ ਉਹਨਾਂ ਨੇ ਕੰਪਿਊਟਰ ਨੂੰ ਕੱਢਿਆ ਮੈਨ ਆਫ ਦਾ ਈਅਰ। ਇਹ ਬੰਦੇ ਜਿਸ ਤਰ੍ਹਾਂ ਸਿਆਣਾ ਤਾਂ ਕੰਪਿਊਟਰ ਹੈ ਜੀ, ਕੰਪਿਊਟਰ ਨੂੰ ਮੈਨ ਆਫ ਦਾ ਈਅਰ ਐਲਾਨਿਆ। 2002 ਦੇ ਵਿੱਚ ਪਹਿਲਾ ਕਲੋਨਡ ਚਾਈਲਡ, ਕਲੋਨਿੰਗ ਪਹਿਲਾਂ ਤਾਂ ਭੇਡ ਸੀ ਡੋਲੀ, ਜਿਹਦੀ ਕਲੋਨਿੰਗ ਕਰਕੇ ਉਹਨੂੰ ਬਣਾਇਆ, ਬੱਚਾ ਵੀ ਬਣਾਇਆ। 2003 ਦੇ ਵਿੱਚ ਈਰਾਨ 'ਚ ਭੂਚਾਲ ਆਇਆ, 30,000 ਲੋਕ ਮਰੇ। 2004 ਦੇ ਵਿੱਚ ਅੱਜ ਦੇ ਦਿਨ ਹੀ ਉਹ ਸੁਨਾਮੀ ਜਿਹਨੇ ਏਸ਼ੀਆ ਔਰ ਅਫਰੀਕਾ ਦੇ ਕੋਸਟਲ ਲੋਕਾਂ ਦਾ ਬਹੁਤ ਨੁਕਸਾਨ ਕੀਤਾ। ਲਗਭਗ 3 ਲੱਖ ਦੇ ਕਰੀਬ ਲੋਕ 2004 ਦੀ ਸੁਨਾਮੀ 'ਚ ਮਾਰੇ ਗਏ ਸੀ ਔਰ 2011 'ਚ ਬ੍ਰਾਜ਼ੀਲ ਇੰਗਲੈਂਡ ਨੂੰ ਪਿੱਛੇ ਛੱਡ ਕੇ ਦੁਨੀਆ ਦੀ 6ਵੀਂ ਵੱਡੀ ਇਕਨੋਮੀ ਬਣਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਮੀਡੀਆ ਰਿਪੋਰਟ ਅਨੁਸਾਰ ਭਾਰਤੀ ਦੂਰਦਰਸ਼ਨ ਨੇ ਮੋਦੀ ਦੀ ਕੈਬਨਿਟ ਮੀਟਿੰਗ ਦੀ ਫੋਟੋ ਨਾਲ ਕੈਪਸ਼ਨ ਦਿੱਤੀ, ਸੈਂਟਾ ਕਲੌਜ਼ ਬਣੇ ਇੱਕ ਆਦਮੀ ਨੇ ਇੱਕ ਜ਼ੂ ਵਿੱਚ ਬਾਂਦਰਾਂ ਨੂੰ ਖਾਣਾ ਖਵਾਇਆ। ਇਸ ਕੈਪਸ਼ਨ ਨੇ ਦੂਰਦਰਸ਼ਨ ਦੇ ਕਈ ਮੁਲਾਜ਼ਮਾਂ ਦੀ ਛੁੱਟੀ ਕਰਵਾਈ ਅਤੇ ਮੋਦੀ ਦਾ ਸੋਸ਼ਲ ਨੈਟਵਰਕ ਤੇ ਚੰਗਾ ਮਜ਼ਾਕ ਬਣਿਆ। ਜੀ ਡਾਕਟਰ ਸਾਹਿਬ, ਕੀ ਹੈ ਇਹ ਕਹਾਣੀ? ਦੇਖੋ, ਇੱਕ ਅੰਗਰੇਜ਼ੀ ਦਾ ਸ਼ਬਦ ਹੈ ਫਰੂਡੀਅਨ ਸਲਿਪ, ਪਰ ਪੰਜਾਬੀ 'ਚ ਅਸੀਂ ਇਹਨੂੰ ਕਵਾਂਗੇ ਔਰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਈ ਵਾਰ ਗਲਤੀ ਤਾਂ ਭਾਵੇਂ ਹੁੰਦੀ ਹੈ ਜੀ, ਕਿਸੇ ਸਟਾਫਰ ਨੇ ਫੋਟੋ ਕੋਈ ਲਾਈ ਤੇ ਉਹਦੇ ਥੱਲੇ ਕੈਪਸ਼ਨ ਕੋਈ ਹੋਰ ਦੇ ਦਿੱਤੀ ਜੀ, ਪਰ ਉਹ ਹਕੀਕਤ ਹੀ ਬਿਆਨ ਕਰ ਰਹੀ ਹੁੰਦੀ। ਔਰ ਮੈਂ ਇਹਨੂੰ ਇਸ ਲਈ ਚੁਣਿਆ, ਮੈਂ ਦੇਖ ਕੇ ਪਹਿਲਾਂ ਹੱਸਿਆ ਵੀ ਆਪਣੇ ਆਪ 'ਚ 2-3 ਮਿੰਟ ਖੁੱਲ੍ਹ ਕੇ ਜੀ। ਮੈਂ ਕਿਹਾ ਜੀ ਵਾਕਿਆ ਹੀ ਇਹ ਗਲਤੀ ਨਹੀਂ ਹੋਈ, ਇਹ ਗੱਲ ਠੀਕ ਹੈ। ਕਿਉਂਕਿ ਹੁਣ ਭਾਰਤੀ ਦੂਰਦਰਸ਼ਨ ਜਿਹਦੇ ਤੇ ਬੜਾ ਅੱਜ ਕੱਲ੍ਹ ਮੋਦੀ ਉਹਦੇ ਤੇ ਕੰਟਰੋਲ ਕੀਤਾ, ਪ੍ਰਾਈਵੇਟ ਚੈਨਲ ਨੂੰ ਪਾਸੇ ਰੱਖ ਕੇ ਉਹਦੇ ਤੇ ਰਿਲਾਈ ਕਰਦੇ, ਤੇ ਦੂਰਦਰਸ਼ਨ ਦਾ ਇੱਕ ਸਪੈਸ਼ਲ ਡਿਪਾਰਟਮੈਂਟ ਸੋਸ਼ਲ ਨੈਟਵਰਕਿੰਗ ਨਾਲ ਵੀ ਡੀਲ ਕਰਨ ਦੇ ਉੱਤੇ ਲਾਇਆ ਹੋਇਆ ਜੀ। ਸੋ ਉਸ ਦੇ ਉੱਤੇ ਇੱਕ, ਕਿਉਂਕਿ ਆਲਰੇਡੀ ਕੋਈ ਪਿਕਚਰ ਆਈ ਸੀ ਕਿ ਚੀਨ ਦੀ ਇੱਕ ਜ਼ੂ ਦੇ ਵਿੱਚ ਇੱਕ ਬੰਦਾ ਜਿਹੜਾ ਹੈ ਸੈਂਟਾ ਕਲੌਜ਼ ਬਣਿਆ
ਤੇ ਉਹ ਬਾਂਦਰਾਂ ਨੂੰ ਜਿਹੜਾ ਹੈ ਉਹ ਫੂਡ ਦੇ ਰਿਹਾ। ਜੀ ਹੁਣ ਉਹਦੇ ਥੱਲੇ ਕੈਪਸ਼ਨ ਤਾਂ ਇਹੀ ਸੀ ਕਿ ਵੀ ਸੈਂਟਾ ਕਲਾਸ ਬਣੇ ਇੱਕ ਆਦਮੀ ਨੇ ਚੀਨ ਦੀ ਜ਼ੂ 'ਚ ਬਾਂਦਰਾਂ ਨੂੰ ਖਾਣਾ ਦਿੱਤਾ। ਤੇ ਹੁਣ ਇਧਰ ਮੋਦੀ ਦੀ ਕੈਬਨਿਟ ਮੀਟਿੰਗ ਚੱਲ ਰਹੀ ਦੀ ਜਿਹੜੀ ਕਵਰੇਜ ਦੂਰਦਰਸ਼ਨ ਕਰ ਰਿਹਾ ਸੀ, ਹੋਇਆ ਇਹ ਵੀ ਉਹ ਕੈਬਨਿਟ ਮੀਟਿੰਗ ਲੱਗੀ ਹੈ, ਸੁਸ਼ਮਾ ਸਵਰਾਜ, ਅਮਿਤ ਸ਼ਾਹ, ਮੋਦੀ ਬੈਠਾ ਹੈ, ਤੇ ਥੱਲੇ ਕੈਪਸ਼ਨ ਇਹ ਲੱਗੀ ਹੈ ਕਿ ਵੀ ਇੱਕ ਜ਼ੂ ਦੇ ਵਿੱਚ ਬਾਂਦਰਾਂ ਨੂੰ ਰੋਟੀ ਖਵਾਉਂਦਾ ਹੋਇਆ। ਤਾਂ ਮੈਂ ਕਿਹਾ ਵੀ ਵਟ ਏ ਟਰੂਥ ਕਿ ਵੀ ਸੱਚਮੁੱਚ ਹੀ ਬਾਂਦਰ ਨੇ ਸਾਰੇ ਇਕੱਠੇ ਕਰਕੇ ਲਿਆਂਦੇ। ਕੋ ਅਮਿਤ ਸ਼ਾਹ ਦੀ ਸ਼ਕਲ ਦੇਖੋ, ਦੂਜੇ ਇਹਨਾਂ ਨੂੰ ਜੇ ਤੁਸੀਂ ਬਾਂਦਰਾਂ ਦੀ ਖੱਲ ਪਵਾ ਦਿਓ, ਪੁੱਠੇ ਕਰ ਦਿਓ, ਸਾਰਿਆਂ ਦੀਆਂ ਸ਼ਕਲਾਂ ਦੇਖੋ, ਤੇ ਉਹ ਸੁਸ਼ਮਾ ਸਵਰਾਜ ਬਾਂਦਰੀ ਲੱਗੇ, ਸਾਰੇ ਬਾਂਦਰ ਲੱਗਣ। ਤੇ ਮੋਦੀ ਜਿਹੜਾ ਹੈ ਉਹ ਜਿਵੇਂ ਬਾਂਦਰਾਂ ਦਾ ਰਿੰਗ ਮਾਸਟਰ ਹੁੰਦਾ ਐ ਸੁੱਟ ਰਿਹਾ ਹੁੰਦਾ। ਹੁਣ ਸਰਕਾਰ ਤਾਂ ਸਾਰਾ ਇੱਕੋ ਹੀ ਬੰਦਾ ਚਲਾ ਰਿਹਾ, ਬਾਕੀ ਤਾਂ ਬਾਂਦਰਾਂ ਦੀ ਤਰ੍ਹਾਂ ਨੱਚ ਰਹੇ ਨੇ ਉਹ ਜੋ ਆਰਡਰ ਕਰਦਾ। ਸੋ ਉਹਦੇ ਥੱਲੇ ਮੈਂ ਕਿਹਾ ਵੀ ਇਸ ਤੋਂ ਵੱਧ ਕੇ ਕੋਈ ਨਵੇਂ ਸਾਲ ਦਾ ਤੋਹਫਾ ਨਹੀਂ ਹੋ ਸਕਦਾ ਵੀ ਦੂਰਦਰਸ਼ਨ ਹੀ ਕਹਿ ਰਿਹਾ ਜੀ ਆਹ ਦੇਖ ਲਓ ਬਾਂਦਰਾਂ ਦਾ ਸਰਦਾਰ ਰਿੰਗ ਮਾਸਟਰ, ਤੇ ਉਹ ਸੁੱਟ ਰਿਹਾ ਜਿਹੜੇ ਟੁਕੜੇ ਉਹ ਬਾਂਦਰ ਖਾ ਰਹੇ ਨੇ, ਬਾਂਦਰ ਉਛਲ ਕੇ ਲੈ ਰਹੇ ਨੇ। ਸੋ ਮੈਂ ਸਮਝਦਾ ਵੀ ਵਟ ਏ ਟਰੂਥ, ਇਹ ਗਲਤੀ ਨਹੀਂ ਹੈ, ਇਹ ਗਲਤੀ ਜੋ ਟਰੂਥ ਸਾਹਮਣੇ ਆਈ। ਜੀ ਡਾਕਟਰ ਸਾਹਿਬ, ਬਿਲਕੁਲ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦਾ ਵਿਚਾਰ ਲਈ ਮੈਂ ਇੱਕੋ ਹੀ ਤੁਕ ਗੁਰਬਾਣੀ ਦੀ ਕੋਟ ਕਰਾਂਗਾ ਜੀ ਕਿ ਮਰਨ ਮੁਨਸ਼ਾ ਸੂਰਿਆਂ ਹੱਕ ਹੈ, ਜੇ ਹੋਏ ਮਰਨ ਪਰਵਾਨੋ। ਕਿ ਇਹ ਮਨਸ਼ਾ, ਇਹ ਡਿਜ਼ਾਇਰ ਜਿਹੜਾ ਸੂਰਬੀਰ ਹੈ, ਜਿਹੜਾ ਜਿਹਨੇ ਅਣਖ ਕਾਇਮ ਰੱਖੀ ਹੈ, ਜਿਹੜਾ ਗੁਲਾਮੀ ਨਹੀਂ ਕਬੂਲਦਾ, ਉਸ ਦੇ ਅੰਦਰ ਇਹ ਡਿਜ਼ਾਇਰ ਦਾ ਹੋਣਾ ਕਿ ਮੈਂ ਮਰਾਂ, ਧਰਮ ਦੀ ਖਾਤਰ ਮਰਾਂ, ਸੱਚਾਈ ਦੀ ਖਾਤਰ ਮਰਾਂ, ਕੌਮ ਦੀ ਖਾਤਰ ਸ਼ਹਾਦਤ ਦਿਆਂ ਜੀ। ਪਰ ਅਲਟੀਮੇਟਲੀ ਇਹ ਜਿਹੜੀ ਪ੍ਰਵਾਨਗੀ ਹੈ, ਜਦੋਂ ਸ਼ਹੀਦ ਦਾ ਰੁਤਬਾ ਉਸ ਦੀ ਅਸੀਂ ਗੱਲ ਕਰਦੇ ਹਾਂ, ਉਸ ਸੰਤ ਪਿੰਡਾਂ ਵਾਲਿਆਂ ਦੇ ਹਵਾਲੇ ਨਾਲ ਮੈਂ ਅਕਸਰ ਕਹਿੰਦਾ ਵੀ ਉਹ ਕਹਿੰਦੇ ਸੀ ਵੀ ਜਿਹੜਾ ਰੁਤਬਾ ਜਪੀ ਤਪੀ ਹੋਰ ਡਿਸਪਲਿਨ ਵਾਲੇ ਨੂੰ ਕਈ ਜਨਮ ਹਾਸਲ ਨਹੀਂ ਹੁੰਦਾ, ਉਹ ਸ਼ਹੀਦ ਹੋਣ ਵਾਲਾ ਜਿਹੜਾ ਹੈ ਉਹ ਵਧੇ ਹੋ ਜਾਂਦਾ, ਉਸ ਦੇਹ ਦੇ ਮੋਹ ਤੋਂ ਪਾਸੇ ਹੋ ਜਾਂਦਾ। ਔਰ ਰੱਬ ਜਿਹੜਾ ਹੈ ਉਸ ਸ਼ਹਾਦਤ ਨੂੰ ਜੇ ਕਬੂਲ ਕਰੇ। ਹੁਣ ਇੱਥੇ ਇਹ ਹੈ ਕਿ ਮਰਨ ਮੁਨਸ਼ਾ ਸੂਰਿਆਂ ਹੱਕ ਹੈ, ਸੂਰੇ ਦਾ ਹੱਕ ਹੈ ਕਿ ਉਹ ਮਰਨ ਦੀ ਮਨਸ਼ਾ ਰੱਖੇ, ਮਰਨ ਦੀ ਡਿਜ਼ਾਇਰ ਰੱਖੇ, ਜੇ ਹੋਏ ਮਰਨ ਪਰਵਾਨੋ, ਕਿ ਉਹ ਜਿਹੜਾ ਉਹਦੀ ਮੌਤ ਹੈ, ਉਸ ਦੀ ਸ਼ਹਾਦਤ ਹੈ, ਉਸ ਨੂੰ ਅਕਾਲ ਪੁਰਖ ਆਪਣੀ ਦਰਗਾਹ ਦੇ ਵਿੱਚ ਪ੍ਰਵਾਨ ਕਰੇ। ਔਰ ਇਹੀ ਕਾਰਨ ਹੈ ਕਿ ਸਾਡੇ ਪੰਜਾਬ ਦੇ ਲੈਂਡਸਕੇਪ 'ਚ ਬਹੁਤ ਥਾਵਾਂ ਤੇ ਸ਼ਹੀਦਾਂ ਦੀ ਯਾਦ 'ਚ ਗੁਰਦੁਆਰੇ ਨੇ। ਔਰ ਬਹੁਤ ਵਾਰ ਮਾਝੇ 'ਚ ਖਾਸ ਤੌਰ ਤੇ ਮੈਂ ਇਹ ਰੁਝਾਨ ਦੇਖਿਆ ਕਿ ਜਦੋਂ ਵੀ ਨਵੀਂ ਵਿਆਹੀ ਜੋੜੀ ਜਿਹੜੀ ਹੈ ਉਸ ਨੂੰ ਡੋਲੀ ਘਰ ਆਈ ਹੈ ਤੇ ਪਹਿਲੇ ਦਿਨ ਅਗਲੇ ਦਿਨ ਮੱਥਾ ਟਿਕਾਣ ਲਿਜਾਂਦੇ ਸੀ, ਤੇ ਉਹਨਾਂ ਦਾ ਹੁੰਦਾ ਸੀ ਕਿ ਉਸ ਸ਼ਹੀਦਾਂ ਦੇ ਗੁਰਦੁਆਰੇ ਸਭ ਤੋਂ ਪਹਿਲਾਂ ਜਾਣਾ, ਤਾਂ ਕਿ ਇਹ ਮੇਰਾ ਖਿਆਲ ਉਹਨਾਂ ਦੇ ਲਈ ਇਹ ਲੈਸਨ ਵੀ ਸੀ ਔਰ ਉਹਨਾਂ ਦੇ ਲਈ ਇੱਕ ਆਦਰਸ਼ ਸੀ। ਜਿਵੇਂ ਭਾਈ ਸੁਬੇਗ ਸਿੰਘ ਨੇ ਲਾਹੌਰ ਦੇ ਵਿੱਚ ਜਦੋਂ ਕਾਜ਼ੀ ਨੇ ਇਹ ਕਿਹਾ ਸੀ ਕਿ ਜੀ ਤੁਸੀਂ ਤਾਂ ਬਜ਼ੁਰਗ ਹੋ, ਤੁਸੀਂ ਬੇਸ਼ੱਕ ਸ਼ਹਾਦਤ ਪਾਓ, ਲੇਕਿਨ ਤੁਹਾਡਾ ਇੱਕੋ ਇੱਕ ਬੱਚਾ ਹੈ ਸ਼ਾਹਬਾਜ਼ ਸਿੰਘ, ਇਹਨੂੰ ਕਹੋ ਕਿ ਵੀ ਆਪਣਾ ਧਰਮ ਬਦਲ ਲੈ, ਘੱਟੋ ਘੱਟ ਤੁਹਾਡੀ ਜਿਹੜੀ ਹੈ ਉਹ ਕੁਲ ਤਾਂ ਰਹੇਗੀ, ਜੜ ਤਾਂ ਰਹੇਗੀ। ਤੇ ਭਾਈ ਸੁਬੇਗ ਸਿੰਘ ਨੇ ਜਵਾਬ ਦਿੱਤਾ ਸੀ, ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰਾਖੇ ਕਵਨ ਵਡਾਈ, ਕਿ ਸਾਡੀ ਖਾਤਰ ਗੁਰੂ ਨੇ ਆਪਣਾ ਸਰਬੰਸ ਕੁਰਬਾਨ ਕੀਤਾ। ਤੇ ਅੱਜ ਜੇ ਸਿੱਖੀ ਦੀ ਪਰਖ ਹੈ ਤੇ ਅਸੀਂ ਕੁਲ ਦਾ ਫਿਕਰ ਕਰੀਏ, ਇਹ ਸਿੱਖੀ ਨੂੰ ਲਾਜ ਲਵਾਉਣ ਵਾਲੀ ਗੱਲ ਹੈ, ਇਹ ਸਿੱਖੀ ਦੀ ਵਡਿਆਈ ਨੂੰ ਘਟਾਏਗੀ। ਔਰ ਉਹ ਹੱਸ ਕੇ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਚਰਖੜੀਆਂ ਤੇ ਚੜ੍ਹ ਕੇ ਉਹਨਾਂ ਨੇ ਸ਼ਹੀਦੀ ਪਾਈ ਸੀ। ਸੋ ਮੈਂ ਸਮਝਦਾ ਵੀ ਇਹ ਜਿਹੜਾ ਸ਼ਹੀਦਾਂ ਦੇ ਗੁਰਦੁਆਰੇ ਲਿਜਾਣਾ ਵੀ ਪਾਠ ਸੀ, ਉਹ ਇਸ ਚੋਂ ਹੀ ਆਇਆ ਕਿ ਭਾਈ ਤੁਸੀਂ ਹੁਣ ਗੁਰੂ ਨੇ ਤੁਹਾਨੂੰ ਗ੍ਰਸਥ ਮਾਰਗ 'ਚ ਲਿਆਂਦਾ, ਤੁਸੀਂ ਇਸ ਰਸਤੇ ਤੇ ਤੁਰੇ ਹੋ, ਪਰ ਤੁਹਾਡਾ ਆਦਰਸ਼ ਇਹ ਹੋਣਾ ਚਾਹੀਦਾ ਕਿ ਕੱਲ ਨੂੰ ਤੁਹਾਡੇ ਬੱਚੇ, ਤੁਹਾਡੇ ਬੱਚੀਆਂ ਜੇ ਸੱਚ ਦੀ ਡਗਰ ਤੇ ਤੁਰਦੇ ਆ, ਸ਼ਹੀਦੀ ਜਾਮ ਪੀਂਦੇ ਨੇ, ਤੇ ਤੁਹਾਨੂੰ ਉਸ ਦੇ ਉੱਤੇ ਫਖਰ ਹੋਣਾ ਚਾਹੀਦਾ ਹੈ। ਔਰ ਇਹੀ ਮੈਂ ਸਮਝਦਾ ਵੀ ਜਦੋਂ ਅੱਜ ਅਸੀਂ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰ ਰਹੇ, ਤੇ ਫਿਰ ਇਹੀ ਕਹਿਣਾ ਬਣਦਾ ਕਿ ਮਰਨ ਮੁਨਸ਼ਾ ਸੂਰਿਆਂ ਹੱਕ ਹੈ, ਜੇ ਹੋਏ ਮਰਨ ਪਰਵਾਨੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।